हाँ जी बई, सत श्री अकाल सारिਆਂ ਨੂੰ। ਆਪਾਂ CDP ਕਰਦੇ ਪਏ ਸੀ ਬਿਲਕੁਲ 100% ਮੇਰੇ ओरिजिनल ਨੋਟਸ ਤੋਂ। ਇਹ ਨੋਟਸ ਜਿਹੜੇ ਆ ਟੈਟ ਬਜ਼ਰ ਅਕੈਡਮੀ ਅਨਮੋਲ ਅਰੋੜਾ ਸਰ ਦੀ ਥਿਊਰੀ ਬੇਸਿਸ ਹੈਗੇ ਆ, ਠੀਕ ਆ। ਮੇਰੀ ਕਰਵਾਈ ਹੋਈ ਥਿਊਰੀ ਦੇ MCQ ਜਿਹੜੇ ਆ ਤੁਸੀਂ ਅਨਮੋਲ ਸਰ ਤੋਂ ਲਗਾ ਸਕਦੇ ਹੋ, ਇਹਦੇ ਨਾਲ ਤੁਹਾਡੀ ਵਧੀਆ ਤਿਆਰੀ ਹੋਊਗੀ। ਤੇ ਪਹਿਲੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਸੀਗਾ ਇਹਦੇ ਸਾਈਕੋਲੋਜੀ ਦੀ ਹਿਸਟਰੀ, ਇਹਦਾ ਮੀਨਿੰਗ, ਇਹਦੇ ਅਲੱਗ-ਅਲੱਗ ਨਾਮ, ਇਹ ਸਾਰਾ ਕੁਝ ਕਰ ਚੁੱਕੇ ਸੀ। ਅੱਜ ਦੀ ਕਲਾਸ ਦੇ ਵਿੱਚ ਇਸ ਤੋਂ ਬਾਅਦ ਆਪਣਾ ਅਗਲਾ ਹੈਗਾ ਵਾ ਬ੍ਰਾਂਚਸ ਆਫ ਸਾਈਕੋਲੋਜੀ, ਮਤਲਬ ਬ੍ਰਾਂਚ ਕਿਹੜੀਆਂ-ਕਿਹੜੀਆਂ ਸਾਈਕੋਲੋਜੀ ਦੀਆਂ। ਜਦੋਂ ਆਪਾਂ ਬ੍ਰਾਂਚ ਦੀ ਗੱਲ ਕਰਦੇ ਹਾਂ ਜਾਂ ਇੰਜ ਕਹਿ ਲਓ ਕਿ ਮਨੋਵਿਗਿਆਨ ਦੀਆਂ ਸ਼ਾਖਾਵਾਂ, ਠੀਕ ਹੈ, ਦੋ ਸ਼ਾਖਾਵਾਂ ਨੇ। ਇੱਕ ਤਾਂ ਸਾਡੇ ਕੋਲ ਪਿਓਰ ਥਿਓਰੈਟੀਕਲ ਸਾਈਕੋਲੋਜੀ ਆ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਸਿਧਾਂਤਕ ਮਨੋਵਿਗਿਆਨ ਕਹਿ ਦਿੰਦੇ ਹਾਂ, ਤੇ ਦੂਜੀ ਸਾਡੇ ਕੋਲ ਹੈਗੀ ਆ ਅਪਲਾਈਡ ਸਾਈਕੋਲੋਜੀ, ਜਿਹਨੂੰ ਅਸੀਂ ਵਿਵਹਾਰਿਕ ਮਨੋਵਿਗਿਆਨ ਕਹਿ ਦਿੰਦੇ ਹਾਂ, ਠੀਕ ਆ। ਤੇ ਪਹਿਲੀ ਸਾਡੀ ਹੈਗੀ ਆ ਪਿਓਰ ਥਿਓਰੈਟੀਕਲ ਸਾਈਕੋਲੋਜੀ, ਯਾਨੀ ਕਿ ਸਿਧਾਂਤਕ ਮਨੋਵਿਗਿਆਨ। ਇਹਦੇ ਬਾਰੇ ਆਪਾਂ ਪੜ੍ਹਦੇ ਹਾਂ ਕਿ ਇਹ ਕੀ ਹੁੰਦਾ। ਜਦੋਂ ਵਿਗਿਆਨ ਦਾ ਅਧਿਐਨ ਕੇਵਲ ਗਿਆਨ ਦੇ ਵਿਕਾਸ ਲਈ ਕੀਤਾ ਜਾਂਦਾ ਹੈ ਤਾਂ ਉਸ ਨੂੰ ਸਿਧਾਂਤਕ ਵਿਗਿਆਨ ਕਿਹਾ ਜਾਂਦਾ ਹੈ। ਇਸ ਲਈ ਸਿਧਾਂਤਕ ਮਨੋਵਿਗਿਆਨ ਦੇ ਅੰਤਰਗਤ ਮਨੁੱਖਾਂ ਅਤੇ ਪਸ਼ੂਆਂ ਦੀਆਂ ਮਾਨਸਿਕ ਕਿਰਿਆਵਾਂ ਅਤੇ ਸਿਧਾਂਤ ਵਿਵਹਾਰਾਂ ਦੇ ਅਧਿਐਨ ਨਿਯਮਾਂ ਦੀ ਖੋਜ ਲਈ ਕੀਤਾ ਜਾਂਦਾ ਹੈ। ਇੱਥੇ ਮੈਂ ਤੁਹਾਨੂੰ ਸਿੰਪਲ ਤੌਰ ਤੇ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ ਕਿ ਜਿਹੜੀ ਸਾਡੀ ਪਿਓਰ ਥਿਓਰੈਟੀਕਲ ਸਾਈਕੋਲੋਜੀ ਆ ਜਾਂ ਸਿਧਾਂਤਕ ਮਨੋਵਿਗਿਆਨ, ਇਹਦੇ ਵਿੱਚ ਸਿਰਫ ਥਿਊਰੀ ਪੋਰਸ਼ਨ ਹੁੰਦਾ ਵਾ, ਸਿਰਫ ਤੇ ਸਿਰਫ ਓਨਲੀ ਥਿਊਰੀ ਪੋਰਸ਼ਨ, ਠੀਕ ਹੈ। when science is studied only for the development of knowledge, ਮਤਲਬ ਸਿਰਫ knowledge ਹੋਵੇ ਜਿਹਦੇ ਵਿੱਚ ਕੋਈ practical form ਦੇ ਵਿੱਚ ਨਾ ਹੋਵੇ, it is called theoretical science. Therefore theoretical psychology is used to study the mental process and theories of human beings and animals, the study of behaviors, the rules. Okay, ਉਸ ਤੋਂ ਬਾਅਦ ਜਿਹੜੀਆਂ ਵਾ ਅੱਗੋਂ ਸਬ ਬ੍ਰਾਂਚਸ ਆਫ ਪਿਓਰ ਸਾਈਕੋਲੋਜੀ, ਮਤਲਬ ਕਿ ਕੀ ਆ, ਅਸੀਂ ਜਿਹੜੀਆਂ ਵਾ 2 ਟਾਈਪ ਦੀ ਸਾਈਕੋਲੋਜੀ ਪੜ੍ਹਦੇ ਆ। ਇੱਕ ਤਾਂ ਪਿਓਰ ਥਿਓਰੈਟੀਕਲ ਸਾਈਕੋਲੋਜੀ, ਇੱਕ ਅਪਲਾਈਡ ਸਾਈਕੋਲੋਜੀ। ਜਿਹੜੀ ਅਸੀਂ ਪਹਿਲੀ ਜਿਹੜੀ ਪੜ੍ਹ ਰਹੇ ਹਾਂ ਪਿਓਰ ਥਿਓਰੈਟੀਕਲ ਸਾਈਕੋਲੋਜੀ, ਸਿਧਾਂਤਕ ਮਨੋਵਿਗਿਆਨ, ਇਹਦੀਆਂ ਅੱਗੋਂ ਸਬ ਬ੍ਰਾਂਚਸ ਆ, ਜਿਹਦੇ ਵਿੱਚ ਪਹਿਲੀ ਆ ਜਾਂਦੀ ਹੈ ਜਨਰਲ ਜਾਂ ਨਾਰਮਲ ਸਾਈਕੋਲੋਜੀ। ਦੋਵੇਂ ਨਾਮ ਯਾਦ ਰੱਖਣੇ ਆ, ਇਹਨੂੰ ਜਨਰਲ ਸਾਈਕੋਲੋਜੀ ਵੀ ਕਹਿ ਦਿੰਦੇ ਆ, ਇਹਨੂੰ ਨਾਰਮਲ ਸਾਈਕੋਲੋਜੀ ਵੀ ਕਹਿ ਦਿੰਦੇ ਆ, ਠੀਕ ਹੈ। ਨਾਰਮਲ ਸਾਈਕੋਲੋਜੀ ਮਤਲਬ ਸਧਾਰਨ ਮਨੋਵਿਗਿਆਨ। ਇਸ ਦਾ ਸੰਬੰਧ ਸਧਾਰਨ ਵਿਅਕਤੀਆਂ ਦੇ ਸਧਾਰਨ ਵਿਵਹਾਰ ਦੇ ਅਧਿਐਨ ਨਾਲ ਹੁੰਦਾ ਹੈ। ਇਟ ਇਜ਼ ਟੂ ਡੂ ਵਿਦ ਦਾ ਸਟੱਡੀ ਆਫ ਦਾ ਜਨਰਲ ਬਿਹੇਵੀਅਰ ਆਫ ਆਰਡੀਨਰੀ ਪੀਪਲ। ਮਤਲਬ ਇਹਦੇ ਵਿੱਚ ਹੁੰਦਾ ਵਾ ਕਿ ਅਸੀਂ ਜਿਹੜਾ ਵਾ ਆਮ ਵਿਅਕਤੀਆਂ, ਮਤਲਬ ਆਮ ਵਿਅਕਤੀਆਂ ਦੇ ਵਿਵਹਾਰ ਦਾ ਅਧਿਐਨ ਕਰਨਾ, ਆਮ ਵਿਅਕਤੀਆਂ ਦੇ ਵਿਵਹਾਰ ਦੀ ਸਟੱਡੀ ਕਰਨਾ, ਉਹ ਹੁੰਦੀ ਆ ਨਾਰਮਲ ਸਾਈਕੋਲੋਜੀ। ਉਸ ਤੋਂ ਬਾਅਦ ਇਹਦੀ ਦੂਜੀ ਟਾਈਪ ਆਉਂਦੀ ਆ ਐਬਨੋਰਮਲ ਸਾਈਕੋਲੋਜੀ, ਅਸਧਾਰਨ ਮਨੋਵਿਗਿਆਨ। ਇਸ ਸ਼ਾਖਾ ਵਿੱਚ ਅਜਿਹੇ ਵਿਅਕਤੀਆਂ ਅਤੇ ਮਨੋਦਸ਼ਾ ਦਾ ਅਧਿਐਨ ਕੀਤਾ ਜਾਂਦਾ ਹੈ ਜੋ ਕਿਸੇ ਕਾਰਨ ਕਰਕੇ ਸਧਾਰਨ ਵਿਵਹਾਰ ਕਰਨ ਵਿੱਚ ਅਸਮਰਥ ਹੁੰਦੇ ਹਨ। ਇਹਦੇ ਵਿੱਚ ਉਹ ਲੋਕਾਂ ਦਾ ਵਿਵਹਾਰ, ਉਹ ਲੋਕਾਂ ਦੀ ਸਟੱਡੀ ਕੀਤੀ ਜਾਂਦੀ ਆ ਜਿਹੜੇ ਐਬਨੋਰਮਲ ਹੁੰਦੇ ਆ। ਐਬਨੋਰਮਲ ਸਮਝਦੇ ਹੋ ਨਾ, ਜਿਹੜੇ ਸਧਾਰਨ ਵਿਵਹਾਰ ਨਹੀਂ ਕਰਦੇ, ਕਹਿ ਲਓ ਕਿ ਮੈਂਟਲੀ ਤੌਰ ਤੇ ਵੀਕ ਨੇ, ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਵਿੱਚ ਘਾਟ ਆ, ਉਹ ਸਧਾਰਨ ਨਹੀਂ ਹੈਗੇ, ਉਹ ਐਬਨੋਰਮਲ ਆ। ਉਹਨਾਂ ਲੋਕਾਂ ਦੀ ਸਟੱਡੀ ਜਿਹੜੀ ਆ ਕੀਤੀ ਜਾਂਦੀ ਆ। ਹੁਣ ਜਿਵੇਂ ਸਾਡੇ ਮੈਂਟਲ ਹਸਪੀਟਲ ਬਣੇ ਆ, ਮੈਂਟਲ ਹਸਪੀਟਲ ਦੇ ਵਿੱਚ ਜਿੰਨੇ ਵੀ ਡਾਕਟਰ ਹੁੰਦੇ ਆ ਉਹ ਕਿਹੜੀ ਸਾਈਕੋਲੋਜੀ ਪੜ੍ਹਦੇ ਆ? ਐਬਨੋਰਮਲ ਸਾਈਕੋਲੋਜੀ ਪੜ੍ਹਦੇ ਆ। ਯਾਨੀ ਕਿ ਇਸ ਵੀਡੀਓ ਦੇ ਵਿੱਚ ਤੁਸੀਂ ਮੇਨ ਕੀ ਜਾਣੋਗੇ, ਤੁਹਾਨੂੰ ਇਹ ਪਤਾ ਲੱਗੂਗਾ ਕਿ ਸਾਈਕੋਲੋਜੀ ਇੱਕ ਤਰ੍ਹਾਂ ਦੀ ਨਹੀਂ ਆ। ਸਾਈਕੋਲੋਜੀ ਕਈ ਤਰ੍ਹਾਂ ਦੀ ਆ। ਸਾਡੇ ਟੀਚਰਾਂ ਦੀ ਸਾਈਕੋਲੋਜੀ ਅਲੱਗ ਆ ਕਿ ਬੱਚੇ ਨੂੰ ਕਿੱਦਾਂ ਟਰੀਟ ਕਰਨਾ, ਡਾਕਟਰਾਂ ਦੀ ਸਾਈਕੋਲੋਜੀ ਅਲੱਗ ਆ ਕਿ ਪੇਸ਼ੈਂਟ ਨੂੰ ਕਿਵੇਂ ਟਰੀਟ ਕਰਨਾ, ਠੀਕ ਹੈ। ਫੌਜੀਆਂ ਦੀ ਸਾਈਕੋਲੋਜੀ ਅਲੱਗ ਆ ਕਿ ਬਾਹਰੋਂ ਹਮਲਾ ਹੁੰਦਾ, ਦੁਸ਼ਮਣ ਆਉਂਦੇ ਆ ਤੇ ਕਿੱਦਾਂ ਟਰੀਟ ਕਰਨਾ। ਹਰ ਇੱਕ ਫੀਲਡ ਦੇ ਵਿੱਚ ਅਲੱਗ-ਅਲੱਗ ਸਾਈਕੋਲੋਜੀ ਆ, ਠੀਕ ਹੈ। ਇਹੀ ਹੀ ਚੀਜ਼ਾਂ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਪੜ੍ਹਨੀਆਂ, ਜਮਾ ਬੇਸ ਤੋਂ ਕਰਵਾ ਰਹੀਆਂ, ਠੀਕ ਹੈ। ਦਿਸ ਬ੍ਰਾਂਚ ਸਟੱਡੀ ਦਾ ਬਿਹੇਵੀਅਰ ਐਂਡ ਮੂਡ ਆਫ ਇੰਡੀਵਿਜੂਅਲਸ who for some reasons are unable behave normally, ਮਤਲਬ ਜਿਹੜੇ ਨਾਰਮਲ ਬਿਹੇਵ ਕਰਨ ਦੇ ਵਿੱਚ ਅਨੇਬਲ ਹੁੰਦੇ ਆ, ਠੀਕ ਆ। ਫੋਬੀਆ, ਮੈਂਟਲ ਸਟ੍ਰੈਸ, ਮਾਨਸਿਕ ਤਣਾਅ, ਮੈਮਰੀ ਲਾਸ, ਇਹ ਸਾਰਾ ਕੁਝ ਜਿਹੜਾ ਵਾ ਇਹਦੇ ਵਿੱਚ ਆ ਜਾਂਦਾ ਵਾ। ਉਸ ਤੋਂ ਬਾਅਦ ਇਹਦੀ ਜਿਹੜੀ ਅਗਲੀ ਟਾਈਪ ਹੈਗੀ ਆ
ਉਹ ਹੈਗੀ ਆ ਡਿਵੈਲਪਮੈਂਟ ਸਾਈਕੋਲੋਜੀ, ਵਿਕਾਸਨਾਤਮਕ ਮਨੋਵਿਗਿਆਨ। ਮਨੋਵਿਗਿਆਨ ਦੀ ਇਸ ਸ਼ਾਖਾ ਵਿੱਚ ਗਰਭ ਧਾਰਨ ਤੋਂ ਬੱਚੇ ਦੇ ਜਨਮ ਤੋਂ ਲੈ ਕੇ ਬੁਢਾਪੇ ਤੱਕ ਹੋਣ ਵਾਲੇ ਹਰ ਪ੍ਰਕਾਰ ਦੇ ਵਾਧੇ ਤੇ ਵਿਕਾਸ ਦਾ ਕ੍ਰਮਬੱਧ ਅਧਿਐਨ ਕਰਨ ਦਾ ਕਾਰਜ ਕੀਤਾ ਜਾਂਦਾ ਹੈ। ਡਿਵੈਲਪਮੈਂਟ ਸਾਈਕੋਲੋਜੀ ਜਿਹੜੀ ਆ ਨਾ, ਇਹਦੇ ਵਿੱਚ ਬੱਚੇ ਦੇ ਗਰਭ ਧਾਰਨ ਤੋਂ ਲੈ ਕੇ ਬੁਢਾਪੇ ਤੱਕ ਦੀ ਸਾਰੀ ਸਟੱਡੀ ਉਹ ਕੀ ਹੋਊਗੀ, ਡਿਵੈਲਪਮੈਂਟ ਸਾਈਕੋਲੋਜੀ। ਇਹ ਵਾਲਾ ਕਨਸੈਪਟ ਜਦੋਂ ਅਸੀਂ ਗਰੋਥ ਐਂਡ ਡਿਵੈਲਪਮੈਂਟ ਵਾਲਾ ਕਨਸੈਪਟ ਸਾਡਾ ਅੱਗੇ ਜਾ ਕੇ ਆਊਗਾ, ਉਹਦੇ ਵਿੱਚ ਜਿਹੜਾ ਵਾ ਅਸੀਂ ਇਹ ਚੀਜ਼ਾਂ ਪੜ੍ਹਦੇ ਹਾਂ, ਜਿਹਦੇ ਵਿੱਚ ਅਲੱਗ-ਅਲੱਗ ਸਟੇਜਸ ਆ ਜਾਂਦੀਆਂ ਵਾ, ਠੀਕ ਆ, ਸਾਡੇ ਗਰਭ ਧਾਰਨ ਤੋਂ ਲੈ ਕੇ ਸਾਡੇ ਬੁਢਾਪੇ ਤੱਕ ਦੀਆਂ, ਠੀਕ ਆ। ਉਸ ਤੋਂ ਬਾਅਦ ਹੈਗਾ ਵਾ ਦਿਸ ਬ੍ਰਾਂਚ ਆਫ ਸਾਈਕੋਲੋਜੀ, ਮਤਲਬ ਇਹਦੇ ਮੈਂ ਇੰਗਲਿਸ਼ ਫਾਰਮ ਦੇ ਵਿੱਚ ਵੀ ਜ਼ਰੂਰ ਬੋਲਦੀ ਹੁੰਦੀ ਹਾਂ ਕਿ ਤਾਂ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਰਵੇ। ਦਿਸ ਬ੍ਰਾਂਚ ਆਫ ਸਾਈਕੋਲੋਜੀ ਕੈਰੀਜ਼ ਆਊਟ ਆ ਸਿਸਟਮੈਟਿਕ ਸਟੱਡੀ ਆਫ ਆਲ ਟਾਈਪ ਆਫ ਗਰੋਥ ਐਂਡ ਡਿਵੈਲਪਮੈਂਟ ਫਰੋਮ ਪ੍ਰੈਗਨੈਂਸੀ, ਚਾਈਲਡ ਬਰਥ ਟੂ ਓਲਡ ਏਜ। ਓਕੇ, ਉਸ ਤੋਂ ਬਾਅਦ ਜਿਹੜੀਆਂ ਵਾ ਸਬ ਬ੍ਰਾਂਚਸ ਆਫ ਆ ਜਾਂਦੀਆਂ ਵਾ ਡਿਵੈਲਪਮੈਂਟ ਸਾਈਕੋਲੋਜੀ ਦੀਆਂ, ਠੀਕ ਆ। ਇਹਦੇ ਵਿੱਚ ਸਾਡੇ ਕੋਲ ਆ ਜਾਂਦੀ ਹੈ ਚਾਈਲਡ ਸਾਈਕੋਲੋਜੀ, ਬਾਲ ਮਨੋਵਿਗਿਆਨ। ਇਹ ਕਿਹਨੇ ਦਿੱਤੀ, ਇਹਦੇ ਫਾਦਰ ਹੈਗੇ ਆ ਜੀਨ ਪਿਆਜੇ। ਜੀਨ ਪਿਆਜੇ ਨੇ ਚਾਈਲਡ ਸਾਈਕੋਲੋਜੀ ਦਿੱਤੀ ਸੀ, ਠੀਕ ਆ। ਤੇ ਅਡੋਲਸੈਂਸ ਸਾਈਕੋਲੋਜੀ, ਕਿਸ਼ੋਰ ਮਨੋਵਿਗਿਆਨ। ਇਹਦੀ ਮਤਲਬ ਕਿ ਜਿਹੜਾ ਵੇਖੋ ਆਪਾਂ ਥਿਓਰੇਟੀਕਲ ਸਾਈਕੋਲੋਜੀ ਕਰਦੇ ਪਏ ਆ, ਉਹਦੇ ਵਿੱਚ ਅੱਗੇ ਜਾ ਕੇ ਇਹ ਆਪਣੀਆਂ ਸਬ ਬ੍ਰਾਂਚਸ ਆ, ਨਾਰਮਲ ਸਾਈਕੋਲੋਜੀ, ਅਬਨੋਰਮਲ ਸਾਈਕੋਲੋਜੀ, ਡਿਵੈਲਪਮੈਂਟ ਸਾਈਕੋਲੋਜੀ। ਡਿਵੈਲਪਮੈਂਟ ਸਾਈਕੋਲੋਜੀ ਦੀਆਂ ਅੱਗੋਂ ਟਾਈਪ ਆ ਗਈਆਂ ਚਾਈਲਡ ਸਾਈਕੋਲੋਜੀ, ਅਡੋਲਸੈਂਸ ਸਾਈਕੋਲੋਜੀ ਯਾਨੀ ਕਿ ਕਿਸ਼ੋਰ ਮਨੋਵਿਗਿਆਨ, ਅਡਲਟ ਸਾਈਕੋਲੋਜੀ, ਪ੍ਰੌੜ ਬਾਲਗ ਮਨੋਵਿਗਿਆਨ, ਓਲਡ ਏਜ ਸਾਈਕੋਲੋਜੀ ਯਾਨੀ ਕਿ ਬੁਢਾਪਾ ਮਨੋਵਿਗਿਆਨ। ਇਹ ਅੱਗੋਂ ਮਤਲਬ ਕੀ ਆ ਕਿ ਡਿਵੈਲਪਮੈਂਟ ਸਾਈਕੋਲੋਜੀ ਦੇ ਵਿੱਚ ਅਸੀਂ ਗਰਭ ਧਾਰਨ ਤੋਂ ਲੈ ਕੇ ਬੁਢਾਪੇ ਤੱਕ ਦੀਆਂ ਅਵਸਥਾਵਾਂ ਦੇ ਬਾਰੇ ਦਾ ਅਧਿਐਨ ਕਰਦੇ ਹਾਂ। ਸੋ ਇਹ ਸਾਰੀਆਂ ਸਾਡੀਆਂ ਅਵਸਥਾਵਾਂ ਹੀ ਆ, ਠੀਕ ਹੈ। ਇਸ ਕਰਕੇ ਇਹ ਕਿਹਦੀਆਂ ਸਬ ਬ੍ਰਾਂਚਸ ਅੱਗੋਂ ਡਿਵੈਲਪਮੈਂਟ ਸਾਈਕੋਲੋਜੀ ਦੀਆਂ, ਠੀਕ ਹੈ। ਉਸ ਤੋਂ ਬਾਅਦ ਸਾਡੀ ਅਗਲੀ ਆ ਜਾਂਦੀ ਆ ਸੋਸ਼ਲ ਸਾਈਕੋਲੋਜੀ, ਸਮਾਜਿਕ ਮਨੋਵਿਗਿਆਨ। ਮਨੋਵਿਗਿਆਨ ਦੀ ਇਸ ਸ਼ਾਖਾ ਵਿੱਚ ਵਿਅਕਤੀ ਦੇ ਵਿਵਹਾਰ ਦਾ ਉਸਦੇ ਸਮਾਜਿਕ ਵਾਤਾਵਰਣ ਦੇ ਅੰਤਰਗਤ ਅਧਿਐਨ ਕੀਤਾ ਜਾਂਦਾ ਹੈ। ਮਤਲਬ ਕਿ ਇਹਦੇ ਵਿੱਚ ਹੁਣ ਮਨੁੱਖ ਕੀ ਆ, ਸਮਾਜਿਕ ਪ੍ਰਾਣੀ ਆ। ਸਮਾਜ ਦੇ ਨਾਲ ਉਹਦੇ ਰਿਸ਼ਤੇ ਨਾਤੇ, ਮਤਲਬ ਸਮਾਜ ਦੇ ਵਿੱਚ ਉਹਨੂੰ ਕੀ ਪਹਿਚਾਣ ਮਿਲਦੀ ਆ, ਮਤਲਬ ਸਮਾਜ ਦੇ ਨਾਲ ਜੋ ਵੀ ਉਹਦਾ ਤਾਣਾ ਬਾਣਾ ਉਹ ਇਸ ਸਾਈਕੋਲੋਜੀ ਦੇ ਵਿੱਚ ਡਿਸਕਸ ਕੀਤਾ ਜਾਂਦਾ, ਉਹਦੀ ਸਟੱਡੀ ਇਹਦੇ ਵਿੱਚ ਕੀਤੀ ਜਾਂਦੀ ਹੈ, ਠੀਕ ਹੈ। ਉਸ ਤੋਂ ਬਾਅਦ ਫਿਜ਼ੀਓਲੋਜੀਕਲ ਸਾਈਕੋਲੋਜੀ ਯਾਨੀ ਕਿ ਸਰੀਰਕ ਮਨੋਵਿਗਿਆਨ। ਵਿਵਹਾਰ ਦਾ ਸਰੀਰਕ ਢਾਂਚੇ ਅਤੇ ਕਾਰਜ ਪ੍ਰਣਾਲੀ ਨਾਲ ਕਿਸ ਤਰ੍ਹਾਂ ਸੰਬੰਧ ਹੁੰਦਾ ਹੈ ਜਾਂ ਫਿਰ ਮਨੁੱਖੀ ਵਿਵਹਾਰ ਦੇ ਸਰੀਰਕ ਅਦਾਰੇ ਦਾ ਅਧਿਐਨ ਕਰਨਾ ਇਸ ਸ਼ਾਖਾ ਦਾ ਮੁੱਖ ਉਦੇਸ਼ ਹੈ। ਫਿਜ਼ੀਓਲੋਜੀਕਲ ਸਾਈਕੋਲੋਜੀ ਵਿੱਚ ਹੁੰਦਾ ਵਾ ਸਾਡੇ ਸਰੀਰ ਦੀ ਸਟੱਡੀ, ਸਾਡੇ ਫਿਜ਼ੀਕਲ ਸਟਰਕਚਰ ਦੀ ਸਟੱਡੀ, ਠੀਕ ਹੈ। ਦਾ ਮੇਨ ਪਰਪਸ ਆਫ ਦਿਸ ਬ੍ਰਾਂਚ ਇਜ਼ ਟੂ ਸਟੱਡੀ ਹਾਊ ਦਾ ਬਿਹੇਵੀਅਰ ਇਜ਼ ਰਿਲੇਟਡ ਟੂ ਦਾ ਫਿਜ਼ੀਕਲ ਬਿਹੇਵੀਅਰ, ਠੀਕ ਹੈ। ਸਾਡਾ ਮੈਂਟਲ ਬਿਹੇਵੀਅਰ ਜਿਹੜਾ ਸਾਡਾ ਮਾਨਸਿਕ ਵਿਵਹਾਰ ਕਿਵੇਂ ਸਾਡੇ ਸਰੀਰਕ ਵਿਵਹਾਰ ਨੂੰ ਬਦਲਦਾ ਵਾ, ਕਿਵੇਂ ਉਹਨੂੰ ਪ੍ਰਭਾਵਿਤ ਕਰਦਾ ਵਾ, ਠੀਕ ਹੈ। ਐਗਜ਼ਾਮਪਲ ਕੀ ਆ, ਐਗਜ਼ਾਮਪਲ ਜਿਵੇਂ ਗਿਆਨ ਇੰਦਰੀਆਂ, ਸਾਡੀਆਂ ਗ੍ਰੰਥੀਆਂ, ਸਾਡੀਆਂ ਮਾਸਪੇਸ਼ੀਆਂ ਦੀਆਂ ਰਚਨਾਵਾਂ, ਉਹਨਾਂ ਦੇ ਕਾਰਜਾਂ ਦਾ ਅਧਿਐਨ, ਵੀ ਸਾਡੀਆਂ ਮਾਸਪੇਸ਼ੀਆਂ ਕਿਵੇਂ ਕੰਮ ਕਰਦੀਆਂ, ਸੁੱਤੇ ਪਿਆਂ ਵੀ ਸਾਡੇ ਮਸਲਸ ਕੰਮ ਕਰਦੇ ਆ। ਇਹ ਸਾਰੇ ਚੀਜ਼ਾਂ ਦੀ ਸਟੱਡੀ ਕੀ ਆ, ਫਿਜ਼ੀਓਲੋਜੀਕਲ ਸਾਈਕੋਲੋਜੀ। ਫਿਜ਼ੀਓਲੋਜੀਕਲ ਸਾਈਕੋਲੋਜੀ ਵੀ ਜਿਹੜੀ ਆ ਡਾਕਟਰਾਂ ਨੂੰ ਪੜ੍ਹਾਈ ਜਾਂਦੀ ਹੈ, ਠੀਕ ਆ। ਉਸ ਤੋਂ ਬਾਅਦ ਆ ਜਾਂਦੀ ਹੈ ਐਕਸਪੈਰੀਮੈਂਟਲ ਸਾਈਕੋਲੋਜੀ, ਪ੍ਰਯੋਗਾਤਮਕ ਮਨੋਵਿਗਿਆਨ। ਯਾਦ ਰੱਖਿਓ ਵਿਲੀਅਮ ਵੁੰਡਟ, ਪਹਿਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵਿਲੀਅਮ ਵੁੰਡਟ ਦੱਸਿਆ ਸੀ ਨਾ, ਇਹਨੇ ਜਰਮਨੀ ਦੇ ਵਿੱਚ ਲਿਪਜ਼ਿੰਗ ਨਾਮ ਦੀ ਯੂਨੀਵਰਸਿਟੀ ਜਿਹੜੀ ਆ ਉਹਦੇ ਵਿੱਚ ਇਹਨੇ ਸਾਈਕੋਲੋਜੀ ਦੀ ਪਹਿਲੀ ਪ੍ਰਯੋਗਸ਼ਾਲਾ ਖੋਲੀ ਸੀ, ਜਿਹੜੀ ਯੂਨੀਵਰਸਿਟੀ ਦਾ ਹੁਣ ਨਾਮ ਕੀ ਆ, ਕਾਰਲ ਮਾਰਕਸ ਯੂਨੀਵਰਸਿਟੀ ਆ। ਇਸੇ ਹੀ ਕਰਕੇ ਵਿਲੀਅਮ ਵੁੰਡਟ ਨੂੰ ਫਾਦਰ ਕਿਹਾ ਜਾਂਦਾ ਵਾ ਐਕਸਪੈਰੀਮੈਂਟਲ ਸਾਈਕੋਲੋਜੀ ਦਾ। ਮੈਨੂੰ ਪੂਰੀ ਉਮੀਦ ਆ ਵੀ ਮੇਰੇ ਚੈਨਲ ਤੋਂ ਜਿਹੜੇ ਬੱਚੇ ਸਾਈਕੋਲੋਜੀ ਪੜ੍ਹ ਰਹੇ ਆ ਉਹਨਾਂ ਦੀ ਥਿਊਰੀ ਬਹੁਤ ਘੈਂਟ ਤਰੀਕੇ ਨਾਲ ਚੱਲ ਰਹੀ ਹੋਊਗੀ। ਤੁਹਾਨੂੰ ਫਾਦਰ ਵੀ ਜਿਹੜੇ ਆ ਨਾਲ ਦੀ ਨਾਲ ਵੱਖਰੇ ਤਰ੍ਹਾਂ ਦੇ ਨਾਲ ਕੋਈ ਲਿਸਟ ਬਣਾ ਕੇ ਫਾਦਰ ਪੜ੍ਹਨ ਦੀ ਲੋੜ ਨਹੀਂ ਹੈ, ਤੁਹਾਨੂੰ ਫਾਦਰ ਐਵੇਂ ਯਾਦ ਹੁੰਦੇ ਜਾਣੇ ਆ, ਠੀਕ ਆ। ਮਨੋਵਿਗਿਆਨ ਦੇ ਪ੍ਰਯੋਗਾਂ ਨਾਲ ਅਲੱਗ-ਅਲੱਗ ਪਰਿਸਥਿਤੀਆਂ ਵਿੱਚ ਵਿਅਕਤੀ ਦੀ ਮਨੋਦਸ਼ਾ ਅਤੇ ਵਿਵਹਾਰ ਦਾ ਅਧਿਐਨ ਕਰਕੇ ਮਨੋਵਿਗਿਆਨਿਕ ਨਿਯਮਾਂ ਅਤੇ ਸਿੱਟੇ ਕੱਢੇ ਜਾਂਦੇ ਹਨ ਅਤੇ ਮਨੋਵਿਗਿਆਨ ਸਿਧਾਂਤਕ ਪੱਖ ਦੀ ਪੁਸ਼ਟੀ ਕੀਤੀ ਜਾਂਦੀ ਹੈ। ਮਤਲਬ ਕਿ ਐਕਸਪੈਰੀਮੈਂਟਲ ਸਾਈਕੋਲੋਜੀ ਦੇ ਵਿੱਚ ਪ੍ਰਯੋਗ ਕੀਤੇ ਜਾਂਦੇ ਆ। ਪ੍ਰਯੋਗ ਜਿਵੇਂ ਕਹਿ ਲਓ ਕਿ ਜੀਨ ਪਿਆਜੇ ਨੇ ਆਪਣੇ ਹੀ ਬੱਚਿਆਂ ਤੇ ਪ੍ਰਯੋਗ ਕੀਤੇ ਸੀ, ਹਨਾ।
ਤੇ ਜਿਵੇਂ ਆਪਣਾ ਹੋ ਗਿਆ ਥੋਰਨਡਾਈਕ ਨੇ ਬਿੱਲੀ ਤੇ ਪ੍ਰਯੋਗ ਕੀਤਾ। ਇਹ ਸਾਰੀਆਂ ਹੀ, ਜਿਵੇਂ ਪਾਵਲਵ ਨੇ ਕੁੱਤੇ ਤੇ ਪ੍ਰਯੋਗ ਕੀਤਾ ਹਨਾ, ਤੇ ਚਿਪੈਂਜੀ ਤੇ ਪ੍ਰਯੋਗ ਹੋਇਆ। ਇਹ ਸਾਰਾ ਐਗਜ਼ਾਮਪਲ ਜਿਹੜੀਆਂ ਕਿਹਦੀਆਂ ਨੇ, ਐਕਸਪੈਰੀਮੈਂਟਲ ਸਾਈਕੋਲੋਜੀ ਦੀਆਂ। ਸਾਈਕੋਲੋਜੀਕਲ ਐਕਸਪੈਰੀਮੈਂਟ ਸਟੱਡੀ ਆਫ ਦਾ ਮੂਡ ਐਂਡ ਬਿਹੇਵੀਅਰ ਆਫ ਅ ਪਰਸਨ ਦਾ ਡਿਫਰੈਂਟ ਸਿਚੁਏਸ਼ਨ to draw psychological rules and conclusion and confirm the psychological theoretical aspect। okay, ਉਸ ਤੋਂ ਬਾਅਦ ਸਾਡਾ ਅੱਗੇ ਆ ਜਾਂਦਾ ਵਾ ਐਨੀਮਲ ਸਾਈਕੋਲੋਜੀ। ਐਨੀਮਲ ਸਾਈਕੋਲੋਜੀ ਆ ਪਸ਼ੂ ਮਨੋਵਿਗਿਆਨ। ਇਸ ਵਿੱਚ ਪਸ਼ੂਆਂ ਦੇ ਵਿਵਹਾਰ ਦਾ ਅਧਿਐਨ ਕੀਤਾ ਜਾਂਦਾ ਹੈ। ਮਨੁੱਖਾਂ ਦੇ ਵਿਵਹਾਰ ਦਾ ਅਧਿਐਨ ਕਰਨ ਵਿੱਚ ਇਹ ਸਹਾਈ ਸਿੱਧ ਹੁੰਦਾ ਹੈ। ਇਹ ਕਦੇ ਕਦੇ ਤੁਲਨਾਤਮਕ ਮਨੋਵਿਗਿਆਨ ਵੀ ਕਿਹਾ ਜਾਂਦਾ। ਮੋਸਟ ਇੰਪੋਰਟੈਂਟ ਆ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਆ, ਸਮਝਣ ਦੀ ਕੋਸ਼ਿਸ਼ ਕਰਿਓ। ਦੇਖੋ ਕੀ ਆ, ਅਧਿਐਨ ਤੇ ਕੀਤਾ ਜਾਂਦਾ ਐਨੀਮਲ ਸਾਈਕੋਲੋਜੀ ਦੇ ਵਿੱਚ ਪਸ਼ੂਆਂ ਦਾ, ਪਰ ਉਹਨੂੰ ਅਪਲਾਈ ਕਿਹਦੇ ਤੇ ਕਰ ਦਿੱਤਾ ਜਾਂਦਾ ਵਾ, ਮਨੁੱਖਾਂ ਤੇ। ਫੋਰ ਐਗਜ਼ਾਮਪਲ ਵੇਖੋ, ਜਿਵੇਂ ਮੈਂ ਇੱਥੇ ਐਗਜ਼ਾਮਪਲ ਲਵਾਂ ਥੋਰਨਡਾਈਕ ਦੀ। ਥੋਰਨਡਾਈਕ ਨੇ ਬਿੱਲੀ ਤੇ ਪ੍ਰਯੋਗ ਕੀਤਾ ਹਨਾ, ਤੇ ਬਿੱਲੀ ਤੇ ਪ੍ਰਯੋਗ ਕਰਨ ਦੇ ਨਾਲ ਸਾਨੂੰ ਕੀ ਪਤਾ ਲੱਗਾ ਵੀ ਇਹਦੇ ਨਾਲ ਜਿਹੜਾ ਮਤਲਬ ਉਹਨੇ ਕਿਹਾ ਕਿ ਯਤਨ ਅਤੇ ਭੁੱਲ ਦਾ ਸਿਧਾਂਤ, ਠੀਕ ਹੈ, ਇਹ ਮਨੁੱਖਾਂ ਤੇ ਵੀ ਅਪਲਾਈ ਹੁੰਦਾ। ਜਿਹੜੀ ਅਸੀਂ ਸਾਈਕੋਲੋਜੀ ਪੜ੍ਹਦੇ ਆ, ਉਹ ਸਾਈਕੋਲੋਜੀ ਪ੍ਰਯੋਗ ਕੀਤੀ ਜਾਂਦੀ ਆ। ਪ੍ਰਯੋਗ ਜਿੰਨੇ ਵੀ ਹੋਏ ਉਹ ਜਾਨਵਰਾਂ ਤੇ ਹੋਏ, ਪਰ ਉਹ ਅਪਲਾਈ ਕਿਹਦੇ ਤੇ ਹੋ ਗਏ, ਮਨੁੱਖਾਂ ਤੇ। ਠੀਕ ਹੈ, ਕਿ ਜੇ ਜਾਨਵਰ ਸਿੱਖ ਸਕਦੇ ਆ ਤੇ ਮਨੁੱਖ ਤਾਂ ਫਿਰ ਕਹਿ ਲਓ ਵੀ ਇੱਕ ਕਹਿ ਲਓ ਵੀ ਇਨਸਾਨ ਆ ਹਨਾ। ਇਟ ਸਟੱਡੀ ਦਾ ਬਿਹੇਵੀਅਰ ਆਫ ਐਨੀਮਲ, ਇਟ ਇਜ਼ ਹੈਲਪ ਇਨ ਸਟੱਡਿੰਗ ਦਾ ਬਿਹੇਵੀਅਰ ਆਫ ਹਿਊਮਨ ਬੀਇੰਗਸ। ਦਿਸ ਇਜ਼ ਸਮ ਟਾਈਮ ਕਾਲਡ ਕੰਪੈਰੀਟਿਵ ਸਾਈਕੋਲੋਜੀ। ਯਾਦ ਰੱਖਿਓ, ਆ ਪੀਐਸਟੈਟ ਦੇ ਪੇਪਰ ਵਿੱਚ ਪੁੱਛਿਆ ਜਾ ਚੁੱਕਾ ਵਾ। ਹੁਣ ਇਹਨੂੰ ਕੰਪੈਰੀਟਿਵ ਸਾਈਕੋਲੋਜੀ ਯਾਨੀ ਕਿ ਤੁਲਨਾਤਮਕ ਮਨੋਵਿਗਿਆਨ ਵੀ ਕਹਿੰਦੇ। ਪਤਾ ਕਿਉਂ? ਕਿਉਂਕਿ ਪ੍ਰਯੋਗਤਾ ਕੀਤੇ ਜਾਂਦੇ ਪਸ਼ੂਆਂ ਤੇ, ਅਪਲਾਈ ਕਿਹਦੇ ਤੇ ਕਰ ਦਿੱਤੇ ਜਾਂਦੇ, ਮਨੁੱਖਾਂ ਤੇ। ਇਸੇ ਕਰਕੇ ਇਹਨੂੰ ਕੰਪੈਰੀਜ਼ਨ ਕਰ ਦਿੱਤਾ ਜਾਂਦਾ ਵਾ ਮਨੁੱਖਾਂ ਦੇ ਨਾਲ। ਇਸੇ ਕਰਕੇ ਇਹਨੂੰ ਐਨੀਮਲ ਸਾਈਕੋਲੋਜੀ ਨੂੰ ਤੁਲਨਾਤਮਕ ਮਨੋਵਿਗਿਆਨ, ਪਸ਼ੂ ਮਨੋਵਿਗਿਆਨ ਨੂੰ ਤੁਲਨਾਤਮਕ ਮਨੋਵਿਗਿਆਨ ਵੀ ਕਿਹਾ ਜਾਂਦਾ ਆ। ਇਹਨੂੰ ਕੰਪੈਰੀਟਿਵ ਸਾਈਕੋਲੋਜੀ ਵੀ ਕਿਹਾ ਜਾਂਦਾ ਵਾ। ਕਿਹਨੂੰ? ਐਨੀਮਲ ਸਾਈਕੋਲੋਜੀ ਨੂੰ। ਇਸ ਚੀਜ਼ ਨੂੰ ਧਿਆਨ ਰੱਖਿਓ। ਜਿਵੇਂ ਥੋਰਨਡਾਈਕ ਨੇ ਕੈਟ ਤੇ, ਪਾਵਲਵ ਨੇ ਡੌਗ ਤੇ, ਸਕਿਨਰ ਨੇ ਰੈਟ ਤੇ। ਠੀਕ ਹੈ, ਇਹ ਸਾਰੀਆਂ ਇਹਦੀਆਂ ਐਗਜ਼ਾਮਪਲ ਆ। ਠੀਕ ਹੈ, ਉਸ ਤੋਂ ਬਾਅਦ ਸਾਡਾ ਅੱਗੇ ਆ ਜਾਂਦਾ ਵਾ ਜੀਓ ਸਾਈਕੋਲੋਜੀ, ਭੂ ਮਨੋਵਿਗਿਆਨ। ਇਹ ਸ਼ਾਖਾ ਵਿਵਹਾਰ ਦਾ ਭੌਤਿਕ ਵਾਤਾਵਰਨ ਜਿਵੇਂ ਤਾਪਮਾਨ, ਜਲਵਾਯੂ, ਮੌਸਮ, ਮਿੱਟੀ ਆਦਿ ਨਾਲ ਸੰਬੰਧ ਨੂੰ ਦਰਸਾਉਂਦਾ ਹੈ। ਜਿੰਨੇ ਵੀ ਸਾਡੇ ਕਹਿ ਲਓ ਵੀ ਸਾਡੇ ਕੀ ਕਹਿੰਦੇ ਹੁੰਦੇ ਆ, ਸਾਡੀਆਂ ਮੌਸਮ ਨਾਲ ਸੰਬੰਧਿਤ ਜਿੰਨੀਆਂ ਵੀ ਸਾਡੀਆਂ ਅਪਡੇਟ ਆ ਹਨਾ, ਮੀਂਹ, ਹਨੇਰੀ, ਬੱਦਲ, ਜਾਂ ਕਹਿ ਲਓ ਵੀ ਇਹਦੇ ਵਿੱਚ ਸਾਡੇ ਸਾਇੰਟਿਸਟ ਜਿਹੜੇ ਆ ਜਾਂਦੇ ਆ, ਉਹਨਾਂ ਨੇ ਕਿਹੜੀ ਸਾਈਕੋਲੋਜੀ ਪੜ੍ਹੀ ਹੁੰਦੀ ਆ? ਉਹਨਾਂ ਨੇ ਜੀਓ ਸਾਈਕੋਲੋਜੀ ਪੜ੍ਹੀ ਹੁੰਦੀ ਹੈ। ਇਹਦੇ ਵਿੱਚ ਤਾਪਮਾਨ, ਜਲਵਾਯੂ, ਮੌਸਮ, ਮਿੱਟੀ, ਪਾਣੀ, ਐਵਰੀਥਿੰਗ ਜੋ ਵੀ ਸਾਡਾ ਹੈਗਾ ਵਾ ਹਨਾ, ਫਿਜ਼ੀਕਲ ਸਟਰਕਚਰ ਆਫ ਦਾ ਅਰਥ, ਐਵਰੀਥਿੰਗ ਹਨਾ, ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਵਾ। ਸੋ ਜਿੰਨੇ ਵੀ ਸਾਡੇ ਸਾਇੰਟਿਸਟ ਹੋਏ ਆ, ਉਹਨਾਂ ਨੇ ਸਾਰੀ ਜੀਓ ਸਾਈਕੋਲੋਜੀ ਪੜ੍ਹੀ ਹੁੰਦੀ ਆ। ਠੀਕ ਹੈ, ਇਹ ਚੀਜ਼ ਆ। ਠੀਕ ਹੈ, ਉਸ ਤੋਂ ਬਾਅਦ ਹੈਗੀ ਆ ਪਾਰਾ ਸਾਈਕੋਲੋਜੀ। ਯਾਦ ਰੱਖਿਓ, ਪਾਰਾ ਸਾਈਕੋਲੋਜੀ ਨਵੀਂ ਤਿਆਰ ਕੀਤੀ ਗਈ ਆ। ਪੈਰਾ ਸਾਈਕੋਲੋਜੀ ਬਹੁਤ ਇੰਪੋਰਟੈਂਟ ਆ। ਬਹੁਤ ਸੋਹਣੀਆਂ ਐਗਜ਼ਾਮਪਲ ਮੈਂ ਤੁਹਾਨੂੰ ਇੱਥੇ ਇਹਦੀਆਂ ਦਊਂਗੀ। ਵੇਖੋ, ਇੱਕ ਨਵੀਂ ਸ਼ਾਖਾ ਆ। ਬਹੁਤ ਦੂਰ ਰਹਿਣ ਵਾਲੇ ਮੈਂਬਰ ਤੇ ਆਉਣ ਵਾਲੇ ਕਸ਼ਟ ਦਾ ਪਤਾ ਲੱਗ ਜਾਣਾ, ਆਉਣ ਵਾਲੀ ਦੁਰਘਟਨਾ ਦਾ ਆਨੰਦ ਦੀ ਘੜੀ ਦਾ ਪੂਰਵ ਅਨੁਮਾਨ ਹੋ ਜਾਣਾ, ਪੂਰਵ ਜਨਮ ਦੇ ਅਨੁਭਵਾਂ ਦੀ ਯਾਦ ਰਹਿਣਾ ਆਦਿ ਇਹੋ ਜਿਹੀਆਂ ਅਸਾਧਾਰਨ ਗੁੱਥੀਆਂ ਹਨ ਜਿਸ ਨੂੰ ਹੱਲ ਕਰਨ ਦਾ ਯਤਨ ਇਹ ਸ਼ਾਖਾ ਦੁਆਰਾ ਕੀਤਾ ਜਾਂਦਾ ਹੈ। ਮੈਂ ਤੁਹਾਨੂੰ ਬਹੁਤ ਹੀ ਸਿੰਪਲ ਸ਼ਬਦਾਂ ਦੇ ਵਿੱਚ ਸਮਝਾਉਂਗੀ ਕਿ ਪੈਰਾ ਸਾਈਕੋਲੋਜੀ ਕੀ ਆ। ਦੇਖੋ ਤੁਸੀਂ, ਮੈਂ ਆਪਣੀ ਨੋਰਮਲ ਘਰਾਂ ਦੀ ਐਗਜ਼ਾਮਪਲ ਲਵਾਂ। ਵੇਖੋ, ਪ੍ਰਮਾਤਮਾ ਨਾ ਕਰੇ ਜਦੋਂ ਸਾਡੇ ਘਰ ਦੇ ਵਿੱਚ ਕੋਈ ਮਾੜੀ ਦੁਰਘਟਨਾ ਹੋਣੀ ਹੋਵੇ ਜਾਂ ਕੁਝ ਵੀ ਹਨਾ, ਤੇ ਉਹਦਾ ਸਾਨੂੰ ਪਹਿਲਾਂ ਤੋਂ ਹੀ ਇੱਕ ਕਹਿ ਲਓ ਵੀ ਸਾਡਾ ਮਤਲਬ ਬਲੱਡ ਰਿਲੇਸ਼ਨ ਦੇ ਨਾਲ ਇਹਦਾ ਜ਼ਿਆਦਾ ਲਿੰਕ ਹੁੰਦਾ ਵਾ ਪੈਰਾ ਸਾਈਕੋਲੋਜੀ ਦਾ। ਬਾਅਦ ਵੇਖੋ, ਜਿਹੜੇ ਬੰਦੇ ਨਾਲ ਸਾਡਾ ਕੋਈ ਬਲੱਡ ਰਿਲੇਸ਼ਨ ਆ ਜ਼ਿਆਦਾ, ਜਾਂ ਜਿਹਦੇ ਨਾਲ ਸਾਡਾ ਕੋਈ ਬਹੁਤ ਨਜ਼ਦੀਕੀ ਦਾ ਰਿਸ਼ਤਾ ਹਨਾ, ਉਹਦੇ ਨਾਲ ਕੋਈ ਮਾੜਾ ਹੋਣਾ ਹੋਵੇ ਤੇ ਸਾਨੂੰ ਪਹਿਲਾਂ ਜਿਹੜਾ ਵਾ ਸੁੱਝ ਜਾਂਦੀ ਆ। ਕਹਿੰਦੇ ਨੀ ਹੁੰਦੇ ਆਪਣੇ ਆਮ ਘਰਾਂ 'ਚ ਕੀ ਕਹਿੰਦੇ ਆ, ਖੂਨ ਨੂੰ ਸੁੱਝ ਜਾਂਦੀ, ਖੂਨ ਮਾਰ ਕਰਦਾ ਨਾ, ਏਦਾਂ ਕਹਿੰਦੇ ਹੁੰਦੇ ਆ। ਸੋ ਏਦਾਂ ਵਾ, ਮਤਲਬ ਜਿਵੇਂ ਫੋਰ ਐਗਜ਼ਾਮਪਲ ਜਿਹੜੇ ਮੇਰੇ ਚੈਨਲ ਤੇ ਪੁਰਾਣੇ ਬੱਚੇ ਜੁੜੇ ਆ ਹਨਾ, ਉਹਨਾਂ ਨੂੰ ਤੇ ਪਤਾ ਹੀ ਆ ਹਨਾ। ਜਿਵੇਂ ਫੋਰ ਐਗਜ਼ਾਮਪਲ ਮਤਲਬ ਮੇਰੇ ਕਜ਼ਨ ਬ੍ਰਦਰ ਦਾ ਹਨਾ ਮਰਡਰ ਹੁੰਦਾ ਵਾ ਹਨਾ, ਜਿਸ ਦਿਨ ਮਤਲਬ 2 ਦਿਨ ਬਾਅਦ ਇੱਕ ਅਗਲੀ ਰਾਤ ਨੂੰ ਮੇਰੇ ਬ੍ਰਦਰ ਦਾ ਮਰਡਰ ਹੁੰਦਾ ਹਨਾ,
ਤੇ 2 ਦਿਨ ਪਹਿਲਾਂ ਰਾਤ ਨੂੰ ਨੀਂਦ ਹੀ ਨਹੀਂ ਸੀ ਆਈ। ਅਜੀਬ-ਅਜੀਬ ਸੁਪਨੇ, ਅਜੀਬ-ਅਜੀਬ ਖਿਆਲ ਆਉਂਦੇ ਸੀ, ਅਜੀਬ-ਅਜੀਬ ਘਟਨਾ ਅੱਖਾਂ ਦੇ ਸਾਹਮਣੇ ਜਾਗਦਿਆਂ ਹੀ ਜਿਹੜੀਆਂ ਰਾਤ ਨੂੰ ਦਿਸਦੀਆਂ ਸੀ ਹਨਾ। ਤੇ ਮਤਲਬ ਸੋਚਣਾ ਵੀ ਹਾਏ ਏਦਾਂ ਕਿਉਂ ਹੁੰਦਾ, ਮਤਲਬ ਕਿਉਂ ਏਦਾਂ ਹੋ ਰਿਹਾ ਹਨਾ। ਤੇ ਅਗਲੇ ਦਿਨ ਫਿਰ ਪਤਾ ਲੱਗ ਜਾਂਦਾ ਕਿ ਬ੍ਰਦਰ ਜਿਹੜਾ ਵਾ ਏਦਾਂ ਹੋ ਗਿਆ। ਸੋ ਇਹ ਸਭ ਤੋਂ ਵੱਡੀ ਐਗਜ਼ਾਮਪਲ ਆ ਪੈਰਾਸਾਈਕੋਲੋਜੀ ਦੀ, ਕਿ ਜਦੋਂ ਸਾਡੇ ਮਤਲਬ ਬਲੱਡ ਰਿਲੇਸ਼ਨ ਦੇ ਵਿੱਚ ਜਾਂ ਕਿਸੇ ਵੀ ਸਾਡੇ ਨਜ਼ਦੀਕੀ ਦੇ ਰਿਸ਼ਤੇ ਵਿੱਚ ਕੁਝ ਵੀ ਹੋਣਾ ਹੋਵੇ, ਜ਼ਰੂਰੀ ਨਹੀਂ ਗਮੀ ਵਾਲਾ, ਖੁਸ਼ੀ ਵਾਲਾ ਪ੍ਰੋਗਰਾਮ ਵੀ ਹੋਣਾ ਹੋਵੇ, ਕੁਝ ਵੀ ਖੁਸ਼ੀ ਵਾਲੀ ਚੀਜ਼ ਗੱਲ ਹੋਵੇ ਕੁਝ ਵੀ, ਤਾਂ ਵੀ ਜਿਹੜਾ ਵਾ ਸਾਨੂੰ ਪਹਿਲਾਂ ਸੁੱਝ ਜਾਂਦੀ। ਇਹ ਸਾਰਾ ਕੁਝ ਪੈਰਾਸਾਈਕੋਲੋਜੀ ਆ। ਇਹ ਬਿਲਕੁਲ ਨਵੀਂ ਸ਼ਾਖਾ ਵਾ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ, ਠੀਕ ਹੈ। ਰਾਜਸਥਾਨ ਦਾ ਪੈਰਾ ਵਿਗਿਆਨ ਕੋਈ ਐਗਜ਼ਾਮਪਲ ਆ, ਇਹਦੇ ਬਾਰੇ ਮੈਨੂੰ ਪਤਾ ਨਹੀਂ ਆ, ਕਿਉਂਕਿ ਇਹਦੇ ਬਾਰੇ ਮਤਲਬ ਅਨਮੋਲ ਸਰ ਨੇ ਵੀ ਕੁਝ ਦੱਸਿਆ ਨਹੀਂ ਸੀ ਖਾਸ। ਰਾਜਸਥਾਨ ਦੇ ਵਿੱਚ ਪੈਰਾਸਾਈਕੋਲੋਜੀ ਇੱਕ ਕੋਈ ਐਕਸਪੈਰੀਮੈਂਟ ਆ, ਕੋਈ ਕਹਿ ਲਓ ਕੁਝ ਹੋਇਆ ਸੀ ਇੱਦਾਂ ਦਾ। ਇਵੇਂ ਦੀ ਕੋਈ ਐਗਜ਼ਾਮਪਲ ਹੋਊਗੀ ਜਿਵੇਂ ਦੀ ਮੈਂ ਤੁਹਾਨੂੰ ਦੱਸੀ ਹਨਾ, ਇਹ ਚੀਜ਼ ਆ। ਤੁਹਾਡੇ ਨਾਲ ਵੀ ਕੁਝ ਇੱਦਾਂ ਦਾ ਹੋਇਆ ਹੋਵੇ ਜਿਹੜਾ ਪੈਰਾਸਾਈਕੋਲੋਜੀ ਦੇ ਨਾਲ ਰਿਲੇਟ ਕਰਦਾ ਹੋਵੇ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸਣਾ, ਸ਼ੇਅਰ ਕਰਨਾ ਸਾਰਿਆਂ ਨੇ, ਠੀਕ ਆ। ਉਸ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਹਾਂ ਅਪਲਾਈਡ ਸਾਈਕੋਲੋਜੀ ਦੇ। ਇਸ ਤੋਂ ਪਹਿਲਾਂ ਆਪਾਂ ਜਿਹੜੀ ਸਾਈਕੋਲੋਜੀ ਪੜ੍ਹੀ, ਜਿਹੜੀ ਬ੍ਰਾਂਚ ਪੜ੍ਹੀ, ਉਹ ਕਿਹੜੀ ਸੀਗੀ? ਥਿਓਰੈਟੀਕਲ ਸਾਈਕੋਲੋਜੀ, ਸਿਧਾਂਤਕ ਮਨੋਵਿਗਿਆਨ ਸੀ। ਹੁਣ ਆਪਾਂ ਪਹੁੰਚ ਚੁੱਕੇ ਹਾਂ ਵਿਵਹਾਰਿਕ ਮਨੋਵਿਗਿਆਨ ਤੇ, ਠੀਕ ਹੈ। ਵਿਵਹਾਰਿਕ ਮਨੋਵਿਗਿਆਨ, ਸਿਧਾਂਤਕ ਮਨੋਵਿਗਿਆਨ ਦੇ ਸਾਰੇ ਵਿਸ਼ੇ ਸਿਧਾਂਤ ਵਿਧੀਆਂ ਨੂੰ ਉਹਨਾਂ ਦੇ ਵਿਵਹਾਰਿਕ ਰੂਪ ਵਿੱਚ ਕਾਰਜ ਵਿੱਚ ਲਿਆਂਦੇ ਜਾਂਦੇ ਹਨ। ਵਿਵਹਾਰਿਕ ਮਨੋਵਿਗਿਆਨ ਕੀ ਆ ਹੈਗਾ ਤੇ ਆਪਣਾ ਸਿਧਾਂਤਕ ਮਨੋਵਿਗਿਆਨ ਦਾ ਹੀ ਰੂਪ ਆ। ਵੇਖੋ ਸਿਧਾਂਤਕ ਮਨੋਵਿਗਿਆਨ ਦੇ ਵਿੱਚ ਕੀ ਆ, ਉੱਥੇ ਸਾਰੇ ਰੂਲ ਰੈਗੂਲੇਸ਼ਨ ਆ। ਇੱਥੇ ਸਾਰੇ ਜਾਣੀ ਕਿ ਇੱਕ ਹੁੰਦਾ ਨਾ, ਆਪਾਂ ਕਹਿੰਦੇ ਇੱਕ ਹੁੰਦਾ ਪਾਸ ਹੋ ਗਈਆਂ ਚੀਜ਼ਾਂ, ਇੱਕ ਹੁੰਦੀਆਂ ਲਾਗੂ ਹੋ ਗਈਆਂ। ਬਸ ਤੁਸੀਂ ਇਹ ਸਮਝ ਲਓ ਥਿਓਰੈਟੀਕਲ ਸਾਈਕੋਲੋਜੀ ਕੀ ਆ, ਇੱਕ ਲਾਗੂ ਹੋਈਆਂ ਚੀਜ਼ਾਂ, ਤੇ ਅਪਲਾਈਡ ਸਾਈਕੋਲੋਜੀ ਕੀ ਆ, ਮਤਲਬ ਥਿਓਰੈਟੀਕਲ ਸਾਈਕੋਲੋਜੀ ਕੀ ਆ, ਪਾਸ ਹੋਈਆਂ ਚੀਜ਼ਾਂ, ਤੇ ਅਪਲਾਈਡ ਸਾਈਕੋਲੋਜੀ ਲਾਗੂ ਕੀਤੀਆਂ ਗਈਆਂ ਸਾਈਕੋਲੋਜੀਆਂ, ਮਤਲਬ ਕਾਰਜ ਦੇ ਰੂਪ ਵਿੱਚ ਜਿਹੜੇ ਵਿਸ਼ੇ ਆ ਗਏ ਉਹ ਕੀ ਹੁੰਦੇ ਆ? ਅਪਲਾਈਡ ਸਾਈਕੋਲੋਜੀ। ਅਪਲਾਈ ਤਾਂ ਤੁਸੀਂ ਸਮਝ ਗਏ ਹੋਗੇ, ਠੀਕ ਆ। ਉਸ ਤੋਂ ਬਾਅਦ ਵੇਖੋ ਦੂਜੇ ਸ਼ਬਦਾਂ ਵਿੱਚ ਸਿਧਾਂਤਕ ਮਨੋਵਿਗਿਆਨ ਦੇ ਸਿਧਾਂਤਾਂ ਨੂੰ ਸਧਾਰਨ ਵਿਵਹਾਰ ਪ੍ਰਯੋਗ ਵਿੱਚ ਲਿਆ ਜਾਂਦਾ ਹੈ। ਸਬ ਬ੍ਰਾਂਚਸ ਆਫ ਅਪਲਾਈਡ ਸਾਈਕੋਲੋਜੀ। ਹੁਣ ਆਪਾਂ ਜਿਵੇਂ ਆਪਾਂ ਥਿਓਰੈਟੀਕਲ ਸਾਈਕੋਲੋਜੀ ਦੀਆਂ ਬ੍ਰਾਂਚਸ ਪੜ੍ਹੀਆਂ ਅੱਗੋਂ, ਐਬਨੋਰਮਲ, ਪੈਰਾਸਾਈਕੋਲੋਜੀ, ਫਿਜ਼ੀਓਲੋਜੀਕਲ ਸਾਈਕੋਲੋਜੀ, ਉਵੇਂ ਹੀ ਜਿਹੜਾ ਸਾਡਾ ਅਪਲਾਈਡ ਸਾਈਕੋਲੋਜੀ ਆ ਉਹਦੀਆਂ ਵੀ ਅੱਗੋਂ ਬ੍ਰਾਂਚਸ ਆ, ਠੀਕ ਆ। ਪਹਿਲੀ ਆ ਜਾਂਦੀ ਹੈ ਕ੍ਰਿਮੀਨਲ ਸਾਈਕੋਲੋਜੀ, ਅਪਰਾਧੀ ਮਨੋਵਿਗਿਆਨ, ਠੀਕ ਆ। ਅਪਰਾਧੀ ਦੁਆਰਾ ਕੀਤੇ ਅਪਰਾਧ ਦਾ ਮੁੱਖ ਕਾਰਨ ਪਤਾ ਲਗਾ ਕੇ ਆਚਰਣ ਵਿੱਚ ਸੁਧਾਰ ਲਿਆਉਣ ਦਾ ਯਤਨ ਇਸ ਸ਼ਾਖਾ ਵਿੱਚ ਕੀਤਾ ਜਾਂਦਾ ਹੈ। ਪਤਾ ਹੁਣ ਮੈਂ ਸੌਖੇ ਸ਼ਬਦਾਂ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ। ਕ੍ਰਿਮੀਨਲ ਸਾਈਕੋਲੋਜੀ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਆ, IPS ਆਫਿਸਰ ਆ, CID ਸਟਾਫ ਆ, ਇਹਨਾਂ ਸਾਰਿਆਂ ਨੂੰ ਕਿਹੜੀ ਸਾਈਕੋਲੋਜੀ ਪੜ੍ਹਾਈ ਜਾਂਦੀ ਆ? ਕ੍ਰਿਮੀਨਲ ਸਾਈਕੋਲੋਜੀ ਪੜ੍ਹਾਈ ਜਾਂਦੀ ਆ, ਠੀਕ ਹੈ। ਮੈਨੂੰ ਪਤਾ ਮੇਰੀ ਅੱਜ ਦੀ ਇਹ ਵੀਡੀਓ ਤੁਹਾਡੀ ਬਹੁਤ ਨੌਲੇਜ ਦੇ ਵਿੱਚ ਵਾਧਾ ਕਰੂਗੀ, ਮੈਨੂੰ ਇਸ ਚੀਜ਼ ਦੀ ਬਿਲਕੁਲ ਉਮੀਦ ਆ। ਤੁਸੀਂ ਪਲੀਜ਼ ਸਾਰਿਆਂ ਨੇ ਕਮੈਂਟ ਕਰਕੇ ਐਪਰੀਸ਼ੀਏਟ ਜ਼ਰੂਰ ਕਰਨਾ, ਠੀਕ ਆ। ਉਸ ਤੋਂ ਬਾਅਦ ਆ ਜਾਂਦੀ ਹੈ ਕਲੀਨਿਕਲ ਸਾਈਕੋਲੋਜੀ, ਨੈਦਾਨਿਕ ਮਨੋਵਿਗਿਆਨ। ਭਿੰਨ ਭਿੰਨ ਪ੍ਰਕਾਰ ਦੀਆਂ ਅਸਮਾਨਤਾਵਾਂ, ਮਾਨਸਿਕ ਤਣਾਅ, ਮਾਨਸਿਕ ਰੋਗਾਂ ਦਾ ਪਤਾ ਲਗਾ ਕੇ ਇਲਾਜ ਕਰਨਾ ਵੀ ਇਸੇ ਸ਼ਾਖਾ ਵਿੱਚ ਸ਼ਾਮਿਲ ਹੈ। ਕਲੀਨਿਕਲ ਸਾਈਕੋਲੋਜੀ ਪਤਾ ਕੀ ਹੁੰਦੀ ਹੈ? ਇਹਦੇ ਵਿੱਚ ਮੰਨ ਲਓ ਜਿਹੜੇ ਡਾਕਟਰ ਡਿਪਰੈਸ਼ਨ ਦਾ ਇਲਾਜ ਕਰਦੇ ਆ, ਕੋਈ ਇੱਦਾਂ ਦੇ ਇਨਸਾਨ ਜਿਹੜੇ ਕਿਸੇ ਕਾਰਨ ਕਰਕੇ ਡਿਪਰੈਸ਼ਨ 'ਚ ਜਾ ਚੁੱਕੇ ਆ, ਜਾਂ ਕਹਿ ਲਓ ਜਿਵੇਂ ਕਹਿੰਦੇ ਕੋਮਾ 'ਚ ਜਾ ਚੁੱਕੇ ਆ, ਡਿਪਰੈਸ਼ਨ 'ਚ ਜਾ ਚੁੱਕੇ ਆ, ਮਾਨਸਿਕ ਤਣਾਅ ਦੇ ਵਿੱਚ ਆ, ਸਟਰੈਸ ਕਾਰਨ ਉਹਨਾਂ ਦੀ ਕੋਈ ਉਹਨਾਂ ਦੀ ਮਾਨਸਿਕ ਸਿਹਤ ਦੇ ਵਿੱਚ ਵਿਗਾੜ ਆ ਗਿਆ, ਉਹ ਸਾਰਾ ਕੁਝ ਕਲੀਨਿਕਲ ਸਾਈਕੋਲੋਜੀ ਦੇ ਰਾਹੀਂ ਦੂਰ ਕੀਤਾ ਜਾਂਦਾ ਵਾ, ਠੀਕ ਹੈ। ਉਸ ਤੋਂ ਬਾਅਦ ਸਾਡਾ ਆ ਗਿਆ ਮਿਲਟਰੀ ਸਾਈਕੋਲੋਜੀ, ਸੈਨਾ ਮਨੋਵਿਗਿਆਨ। ਉਹੀ ਚੀਜ਼ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸੀ ਕਿ ਆਰਮੀ ਫੌਜੀਆਂ ਦੀ ਸਾਈਕੋਲੋਜੀ ਅਲੱਗ ਆ, ਬਸ ਇਹ ਉਹੀ ਆ ਮਿਲਟਰੀ ਸਾਈਕੋਲੋਜੀ। ਇਹ ਸ਼ਾਖਾ ਯੁੱਧ ਅਤੇ ਉਸ ਨਾਲ ਸੰਬੰਧਿਤ ਪਰੇਸ਼ਾਨੀਆਂ ਬਾਰੇ ਦੱਸਦੀ ਹੈ। ਸੈਨਾ ਦੇ ਭਿੰਨ ਭਿੰਨ ਅੰਗਾਂ ਵਿੱਚ ਸਿਪਾਹੀ ਅਤੇ ਅਫਸਰਾਂ ਦੇ ਰੂਪ ਵਿੱਚ ਯੋਗ ਅਤੇ ਕੁਸ਼ਲ ਵਿਅਕਤੀਆਂ ਦਾ ਚੁਣਾਵ ਕਿਵੇਂ ਕੀਤਾ ਜਾਵੇ, ਯੁੱਧ ਵਿੱਚ ਅਤੇ ਯੁੱਧ ਤੋਂ ਬਾਹਰ ਅਫਸਰਾਂ ਜਵਾਨਾਂ ਦੇ ਹੌਸਲੇ ਬੁਲੰਦ ਕਿਵੇਂ ਕੀਤੇ ਜਾਣੇ ਆ। ਪਤਾ ਦੇਖੋ ਜਦੋਂ ਫੌਜੀਆਂ ਦੀ ਭਰਤੀ ਹੁੰਦੀ ਆ ਨਾ, ਕਿੰਨੀਆਂ ਪੜਤਾਂ ਦੇ ਵਿੱਚੋਂ ਲੰਘਣਾ ਪੈਂਦਾ। ਰਿਟਨ ਟੈਸਟ ਹੁੰਦੇ ਆ, ਫਿਜ਼ੀਕਲ ਹੁੰਦੇ ਆ, ਫਿਰ ਰਿਟਨ ਟੈਸਟ ਹੁੰਦੇ ਆ, ਫਿਰ ਇੰਟਰਵਿਊ ਹੁੰਦੀਆਂ। ਇੰਟਰਵਿਊ ਦੇ ਵਿੱਚ ਜਿਹੜੀ ਆ ਏਦਾਂ ਦੇ ਸਵਾਲ ਕੀਤੇ ਜਾਂਦੇ ਆ ਜਿਹਦੇ ਵਿੱਚ ਪਰਖ ਲਿਆ ਜਾਂਦਾ ਵਾ ਕਿ ਇਹ ਯੁੱਧ ਦੇ ਦੌਰਾਨ ਕਿੱਦਾਂ ਦਾ ਬੰਦਾ ਟਰੀਟ ਕਰੂਗਾ, ਇਹਦਾ ਹੌਸਲਾ ਕਿੰਨਾ ਕੁ ਆ, ਮਤਲਬ ਇਹਦੇ ਵਿੱਚ ਕਿਹੜੇ ਗੁਣ ਆ। ਇਹ ਸਾਰੀਆਂ ਚੀਜ਼ਾਂ ਮਿਲਟਰੀ ਸਾਈਕੋਲੋਜੀ ਰਾਹੀਂ ਪਤਾ ਕੀਤੀਆਂ ਜਾਂਦੀਆਂ ਵਾ।
ठीक है। हर एक फील्ड ਦੇ ਵਿੱਚ ਸਾਈਕੋਲੋਜੀ ਹੈਗੀ ਆ। ਤੁਸੀਂ ਕਿਤੇ ਵੀ ਚਲ ਜਾਓ, ਆ ਜਿਹੜੇ ਬੱਚੇ ਸੋਚਦੇ ਆ ਨਾ ਵੀ ਸਾਈਕੋਲੋਜੀ ਦਾ ਤਾਂ ਪੰਗਾ ਵਾ, ਜਿਹੜੇ ਸਾਈਕੋਲੋਜੀ ਤੋਂ ਡਰ ਕੇ ਪੀਐਸਜ਼ੈਡ ਦੀ ਤਿਆਰੀ ਛੱਡ ਰਹੇ ਆ, ਜਾਂ ਕਹਿ ਲਓ ਵੀ ਜਾਂ ਸੋਚ ਲੈਂਦੇ ਆ ਵੀ ਚਲੋ ਬਾਹਰ ਬੂਰ ਚਲ ਜਾਂਦੇ ਆ, ਤੇ ਜਾਂ ਕੋਈ ਇੱਧਰ ਜਾਂ ਕੋਈ ਹੋਰ ਜੌਬ ਵੇਖ ਲੈਂਦੇ ਆ। ਸਾਈਕੋਲੋਜੀ ਤੋਂ ਤੁਹਾਡਾ ਪਿੱਛਾ ਨਹੀਂ ਛੁੱਟਣਾ, ਸਾਈਕੋਲੋਜੀ ਤੁਹਾਨੂੰ ਪੜ੍ਹਨੀ ਹੀ ਪੈਣੀ, ਕਿਉਂਕਿ ਸਾਈਕੋਲੋਜੀ ਹਰ ਇੱਕ ਫੀਲਡ ਦੇ ਵਿੱਚ ਹੈਗੀ ਆ। ਠੀਕ ਹੈ। ਉਸ ਤੋਂ ਬਾਅਦ ਆਪਾਂ ਜਾਂਦੇ ਆ ਅੱਗੇ। ਠੀਕ ਹੈ। ਅੱਗੇ ਆਪਣੀ ਹੈਗੀ ਆ ਲੀਗਲ ਸਾਈਕੋਲੋਜੀ, ਕਾਨੂੰਨ ਮਨੋਵਿਗਿਆਨ। ਠੀਕ ਹੈ। ਇੰਗਲਿਸ਼ ਦੇ ਵਿੱਚ ਮੈਂ ਨਹੀਂ ਪੜ੍ਹ ਰਹੀ, ਮੈਨੂੰ ਪਤਾ ਤੁਹਾਨੂੰ ਪੰਜਾਬੀ ਦੇ ਵਿੱਚ ਵਧੀਆ ਸਮਝ ਆ ਰਹੀ ਆ, ਪਰ ਦੋਨੋਂ ਲੈਂਗੁਏਜ ਦੇ ਵਿੱਚ ਤੁਹਾਨੂੰ ਇਹਦੀ PDF ਮੇਰੇ ਟੈਲੀਗ੍ਰਾਮ ਚੈਨਲ ਤੇ ਮਿਲ ਜੂਗੀ। ਤੁਸੀਂ ਟੈਲੀਗ੍ਰਾਮ ਚੈਨਲ ਜਿਹੜਾ ਜੁਆਇਨ ਕਰ ਲੈਣਾ। ਲੀਗਲ ਸਾਈਕੋਲੋਜੀ, ਕਾਨੂੰਨ ਮਨੋਵਿਗਿਆਨ। ਕਾਨੂੰਨ ਦੀ ਦੁਨੀਆ ਵਿੱਚ ਸੰਬੰਧਿਤ ਵਿਅਕਤੀਆਂ ਜਿਵੇਂ ਅਪਰਾਧੀ, ਗ੍ਰਾਹਕ, ਗਵਾਹ ਆਦਿ ਦੇ ਵਿਵਹਾਰ ਦਾ ਅਧਿਐਨ ਕਾਨੂੰਨ ਅਤੇ ਅਦਾਲਤ ਦੇ ਸੰਦਰਭ ਵਿੱਚ ਕੀਤਾ ਜਾਂਦਾ ਹੈ। ਲੀਗਲ ਸਾਈਕੋਲੋਜੀ ਪਤਾ ਕਿਹਨਾਂ ਨੂੰ ਪੜ੍ਹਾਈ ਜਾਂਦੀ? ਵਕੀਲਾਂ ਨੂੰ। ਹੁਣ ਵੇਖੋ ਵੀ ਵਕੀਲ ਮੰਨ ਲਓ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ, ਹੁਣ ਵੇਖੋ ਕਿ ਵਕੀਲ ਸਵਾਲ ਹੀ ਏਦਾਂ ਦੇ ਕਰਦਾ ਵਾ ਕਿ ਪਤਾ ਲੱਗ ਜਾਂਦਾ ਵੀ ਇਹ ਬੰਦਾ ਗੁਨਾਹਗਾਰ ਹੈਗਾ ਕਿ ਨਹੀਂ ਹੈਗਾ। ਉਹਨੂੰ ਸਵਾਲ ਹੀ ਏਦਾਂ ਦੇ ਪੁੱਛੇ ਜਾਂਦੇ, ਸਵਾਲ ਹੀ ਵਕੀਲ ਏਦਾਂ ਦੇ ਕਰਦਾ ਕਿ ਜੇ ਤੇ ਝੂਠਾ ਬੰਦਾ ਉਹਨੂੰ ਜਵਾਬ ਹੀ ਨਹੀਂ ਆਉਂਦਾ। ਵਕੀਲ ਨੂੰ ਪਤਾ ਲੱਗ ਜਾਂਦਾ ਉਹਦੇ ਜਵਾਬਾਂ ਤੋਂ ਵੀ ਇਹ ਬੰਦਾ ਅਪਰਾਧੀ ਹੋਊਗਾ ਜਾਂ ਨਹੀਂ ਹੋਊਗਾ। ਲੀਗਲ ਸਾਈਕੋਲੋਜੀ ਵਕੀਲਾਂ ਦੇ ਨਾਲ ਸੰਬੰਧਿਤ ਆ, ਮੋਸਟ ਇੰਪੋਰਟੈਂਟ ਆ, ਕਿਉਂਕਿ ਇਹ ਸਾਡੇ PSET ਦੇ ਪੇਪਰ ਵਿੱਚ ਪੁੱਛੀ ਜਾ ਚੁੱਕੀ ਆ। ਲੀਗਲ ਸਾਈਕੋਲੋਜੀ ਵਕੀਲਾਂ ਦੇ ਨਾਲ ਸੰਬੰਧਿਤ ਆ। ਸਾਡੇ ਅਪ੍ਰੈਲ ਵਾਲੇ ਪੇਪਰ ਦੇ ਵਿੱਚ ਹੀ ਇਹ ਕੁਐਸਚਨ ਪੁੱਛਿਆ ਜਾ ਚੁੱਕਾ, ਜਿਹੜਾ 2023 ਦੇ ਵਿੱਚ ਹੋਇਆ ਸੀ। ਠੀਕ ਹੈ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਹੈਗਾ ਵਾ ਇੰਡਸਟਰੀਅਲ ਸਾਈਕੋਲੋਜੀ, ਉਦਯੋਗਿਕ ਮਨੋਵਿਗਿਆਨ। ਉਦਯੋਗਿਕ ਮਨੋਵਿਗਿਆਨ ਜਿਹੜਾ ਵਾ ਇਹ ਪੜ੍ਹਾਇਆ ਜਾਂਦਾ ਵਾ, ਮਤਲਬ ਕੋਈ ਜਿਹੜੇ ਵੱਡੇ ਵੱਡੇ ਵਪਾਰੀ ਹੁੰਦੇ ਆ, ਜਿਨ੍ਹਾਂ ਨੇ ਕੋਈ ਫੈਕਟਰੀਆਂ ਲਾਉਣੀਆਂ ਹੁੰਦੀਆਂ ਵਾ, ਉਹਨਾਂ ਨੂੰ ਇੰਡਸਟਰੀਅਲ ਸਾਈਕੋਲੋਜੀ ਪੜ੍ਹਾਈ ਜਾਂਦੀ ਆ। ਹਨਾ, ਕਿਸ ਤਰ੍ਹਾਂ ਦਾ ਉਦਯੋਗ ਕਿੱਥੇ ਸਥਾਪਿਤ ਕੀਤਾ ਜਾਵੇ, ਕਿਹੜੀ ਲੋਕੇਸ਼ਨ ਚਾਹੀਦੀ ਆ, ਕੀ ਚਾਹੀਦਾ ਵਾ, ਸਾਰਾ ਕੁਝ। ਹਨਾ, ਮਤਲਬ ਕਿੰਨੀ ਇਨਵੈਸਟਮੈਂਟ ਚਾਹੀਦੀ ਆ, ਕਿਸ ਆਧਾਰ ਤੇ, ਸਾਰਾ ਮਤਲਬ ਟੋਟਲੀ ਸਭ ਕੁਝ। ਇਹ ਜਿਹੜੀ ਇੰਡਸਟਰੀਅਲ ਸਾਈਕੋਲੋਜੀ ਆ ਉਦਯੋਗ ਲਾਉਣ ਦੇ ਨਾਲ ਸੰਬੰਧਿਤ ਆ। ਠੀਕ ਹੈ। ਉਸ ਤੋਂ ਬਾਅਦ ਸਾਡੀ ਅਗਲੀ ਆ ਜਾਂਦੀ ਆ ਐਜੂਕੇਸ਼ਨ ਸਾਈਕੋਲੋਜੀ, ਜਿਹੜੀ ਕਿ ਅਸੀਂ ਪੜ੍ਹ ਰਹੇ ਹਾਂ। ਇਹ ਸਾਈਕੋਲੋਜੀ ਕਿਹੜੀ ਹੈਗੀ ਆ? ਸਾਡੀ ਸਾਈਕੋਲੋਜੀ। ਇਹ ਸਾਈਕੋਲੋਜੀ ਟੀਚਰਾਂ ਦੀ ਸਾਈਕੋਲੋਜੀ, ਟੀਚਰ ਬਣਨ ਵਾਸਤੇ ਜਿਹੜੀ ਸਾਈਕੋਲੋਜੀ ਪੜ੍ਹਾਈ ਜਾਂਦੀ ਆ ਉਹ ਕਿਹੜੀ ਆ? ਸਾਡੀ ਐਜੂਕੇਸ਼ਨਲ ਸਾਈਕੋਲੋਜੀ। ਤੇ ਅਸੀਂ ਇਸੋ ਹੀ ਸਾਈਕੋਲੋਜੀ ਦੀ ਜਿਹੜੀ ਆ ਤਿਆਰੀ ਕਰਨੀ ਆ। ਠੀਕ ਆ। ਇਹਦੇ ਫਾਦਰ ਹੈਗੇ ਆ ਥੋਰਨਡਾਈਕ ਲੀ। ਇਹਦਾ ਪੂਰਾ ਆਪਾਂ ਕੱਲਾ ਥੋਰਨਡਾਈਕ ਪੜ੍ਹਦੇ ਆ, ਵੈਸੇ ਇਹਦਾ ਫੁੱਲ ਨਾਮ ਹੈਗਾ ਵਾ ਐਡਵਰਡ ਲੀ ਥੋਰਨਡਾਈਕ। ਠੀਕ ਹੈ। ਇਹਦਾ ਫੁੱਲ ਨੇਮ ਆ। ਕਹਿੰਦੇ ਇਸ ਸ਼ਾਖਾ ਦੇ ਅੰਤਰਗਤ ਸਿਖਿਆਰਥੀ ਦੇ ਵਿਵਹਾਰ ਦਾ ਸਿੱਖਿਅਕ ਪ੍ਰਸਥਿਤੀਆਂ ਅਤੇ ਵਾਤਾਵਰਣ ਵਿੱਚ ਅਧਿਐਨ ਕੀਤਾ ਜਾਂਦਾ ਹੈ। ਇਹ ਸਿੱਖਣ ਸਿਖਾਉਣ ਵਾਲੀ ਸ਼ਾਖਾ ਹੈ। ਇਸ ਅਧਿਆਪਕ ਨੂੰ ਚੰਗਾ ਪੜ੍ਹਾਉਣ ਅਤੇ ਬੱਚਿਆਂ ਨੂੰ ਸਿਖਾਉਣ ਲਈ ਮਦਦ ਕਰਦਾ ਹੈ। ਇਹ ਸ਼ਾਖਾ ਨਿਰਦੇਸ਼ ਅਤੇ ਸਲਾਹ ਦੇਣ ਦਾ ਅਧਿਐਨ ਕਰਦੀ ਹੈ। ਮਤਲਬ ਬੱਚਿਆਂ ਨੂੰ, ਟੀਚਰ ਨੇ ਬੱਚਿਆਂ ਨੂੰ ਕਿਵੇਂ ਟਰੀਟ ਕਰਨਾ ਵਾ, ਬੱਚੇ ਦੀ ਕਮਜ਼ੋਰੀਆਂ ਦਾ ਕਿਵੇਂ ਜਿਹੜਾ ਵਾ ਪਤਾ ਲਾਉਣਾ ਵਾ। ਮਤਲਬ ਕਿ ਜੇਕਰ ਅਸੀਂ ਟੀਚਰ ਬਣਨਾ ਵਾ ਫਿਰ ਸਾਨੂੰ ਐਜੂਕੇਸ਼ਨਲ ਸਾਈਕੋਲੋਜੀ ਜ਼ਰੂਰ ਪਤਾ ਹੋਣੀ ਚਾਹੀਦੀ ਆ। ਜੇਕਰ ਸਾਨੂੰ ਐਜੂਕੇਸ਼ਨਲ ਸਾਈਕੋਲੋਜੀ ਨਹੀਂ ਹੀ ਆਉਂਦੀ, ਇਹਦਾ ਮਤਲਬ ਇਹ ਵੀ ਅਸੀਂ ਟੀਚਰ ਹੀ ਨਹੀਂ ਹੈਗੇ, ਜਾਂ ਅਸੀਂ ਟੀਚਰ ਬਣਨ ਦੇ ਲਾਇਕ ਹੀ ਨਹੀਂ ਹੈਗੇ। ਮੈਂ ਤੁਹਾਨੂੰ ਇੱਥੇ ਇਹ ਸਲਾਹ ਦਊਂਗੀ ਵੀ ਤੁਸੀਂ ਸਾਈਕੋਲੋਜੀ ਇਸ ਲਈ ਨਾ ਪੜ੍ਹੋ ਕਿ ਮੈਂ PSET ਕਲੀਅਰ ਕਰਨਾ। ਤੁਸੀਂ ਸਾਈਕੋਲੋਜੀ ਇਸ ਕਰਕੇ ਪੜ੍ਹੋ ਕਿ ਮੈਂ ਟੀਚਰ ਬਣਨਾ, ਮੇਰੇ ਲਈ ਸਾਈਕੋਲੋਜੀ ਜ਼ਰੂਰੀ ਆ। ਉੱਦਾਂ ਹੀ ਤੁਹਾਨੂੰ ਸਾਈਕੋਲੋਜੀ ਇੰਟਰਸਟਿੰਗ ਲੱਗਣ ਲੱਗ ਜਾਊਗੀ। ਮੈਂ ਇਹ ਜਿਹੜੀ ਗੱਲ ਕਹੀ ਆ ਇਹਨੂੰ ਤੁਸੀਂ ਅਪਲਾਈ ਕਰਕੇ ਵੇਖਿਓ ਤੇ ਆਪਣੇ ਆਪ ਦੇ ਵਿੱਚ ਫਰਕ ਦੇਖਿਓ। ਉਸ ਤੋਂ ਬਾਅਦ ਕੁਝ ਬ੍ਰਾਂਚਸ ਆ ਜਾ MCQ ਆ ਜਾਂਦੇ ਆ ਇਹਦੇ। ਠੀਕ ਆ। ਸਟੱਡੀ ਆਫ ਜੈਂਡਰ ਡਿਫਰੈਂਸ ਇਜ਼ ਦਾ ਸਬਜੈਕਟ ਮੈਟਰ ਆਫ, ਮਤਲਬ ਕਿ ਇਹਦੇ ਅੱਗੇ ਮੈਂ ਪੰਜਾਬੀ ਦੇ ਵਿੱਚ ਵੀ ਸ਼ਾਇਦ ਲਿਖਿਆ ਹੋਣਾ ਵਾ, ਹਾਂਜੀ ਹੈਗਾ ਵਾ, ਦੋਨੋਂ ਲੈਂਗੁਏਜ ਦੇ ਵਿੱਚ ਆ। ਲਿੰਗ ਅੰਤਰ ਦਾ ਅਧਿਐਨ ਡੈਸ਼ ਦਾ ਵਿਸ਼ਾ ਹੈ। ਮਤਲਬ ਲਿੰਗ ਅੰਤਰ ਦਾ ਅਧਿਐਨ ਸਮਾਜਿਕ ਵੀ ਹੋ ਸਕਦਾ ਵਾ, ਵਿਕਾਸਾਤਮਕ ਵੀ ਹੋ ਸਕਦਾ, ਦੋਨੋਂ ਹੀ ਹੋ ਸਕਦਾ। ਠੀਕ ਆ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਵਾ ਮਨੋਵਿਗਿਆਨ ਦੀ ਕਿਹੜੀ ਸ਼ਾਖਾ ਜਾਨਵਰਾਂ ਦੇ ਵਿਵਹਾਰ ਦੇ ਅਧਿਐਨ ਨਾਲ ਸੰਬੰਧਿਤ ਹੈ? ਮੈਂ ਤੁਹਾਨੂੰ ਦੱਸ ਕੇ ਗਈ ਸੀ ਜਿਹੜੀ ਜਾਨਵਰਾਂ ਦੀ ਸਾਈਕੋਲੋਜੀ ਆ ਉਹਨੂੰ ਤੁਲਨਾਤਮਕ ਮਨੋਵਿਗਿਆਨ ਵੀ ਕਹਿੰਦੇ ਆ। ਏਦਾਂ ਦੇ ਕੁਐਸਚਨ ਸਾਨੂੰ ਪੇਪਰ ਦੇ ਵਿੱਚ ਆ ਜਾਂਦੇ ਆ। ਉਸ ਤੋਂ ਬਾਅਦ ਅਗਲਾ ਹੈਗਾ ਵਾ ਬਾਲ ਮਨੋਵਿਗਿਆਨ ਦਾ ਖੇਤਰ ਹੈ। ਬਾਲ ਮਨੋਵਿਗਿਆਨ ਦਾ ਖੇਤਰ ਮਤਲਬ ਗਰਭ ਅਵਸਥਾ ਤੋਂ ਲੈ ਕੇ ਕਿਸ਼ੋਰ ਅਵਸਥਾ ਤੱਕ, ਗਰਭ ਅਵਸਥਾ ਤੋਂ ਲੈ ਕੇ ਕਿਸ਼ੋਰ ਅਵਸਥਾ ਤੱਕ ਬਾਲ ਮਨੋਵਿਗਿਆਨ ਜਿਹੜਾ ਵਾ ਉਹ ਆ ਜਾਂਦਾ ਵਾ। ਠੀਕ ਆ। ਉਸ ਤੋਂ ਬਾਅਦ ਸਾਡਾ ਨੈਕਸਟ ਕੁਐਸਚਨ ਹੈਗਾ ਵਾ ਕਿਹੜਾ ਬਿਆਨ ਬੱਚਿਆਂ ਦੇ ਮਨੋਵਿਗਿਆਨ ਦੇ ਆਧਾਰਿਤ ਹੈ? ਹਰ ਬੱਚਾ ਵਿਲੱਖਣ ਹੁੰਦਾ ਹੈ, ਹਰ ਇੱਕ ਬੱਚਾ ਇੱਕ ਦੂਜੇ ਤੋਂ ਸੈਪਰੇਟ ਆ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈਗਾ ਵਾ ਕਲੀਨਿਕਲ ਸਾਈਕੋਲੋਜੀ
ਅੱਛਾ ਇੱਕ ਮਿੰਟ, ਬੱਚੇ ਦੇ ਵਿਕਾਸ ਦਾ ਖੇਤਰ ਹੈ ਬੱਚੇ ਦੇ ਵਿਕਾਸ ਦੇ ਵੱਖ-ਵੱਖ ਪੜਾਵਾਂ ਦਾ ਅਧਿਐਨ, ਬੱਚੇ ਦੇ ਵੱਖ-ਵੱਖ ਵਾਤਾਵਰਣ ਦਾ ਅਧਿਐਨ, ਵਿਅਕਤੀਗਤ ਭਿੰਨਤਾਵਾਂ ਦਾ ਅਧਿਐਨ। ਉਪਰੋਕਤ ਸਾਰੇ ਸੋ ਡੀ ਆਪਸ਼ਨ ਆ ਜਾਣਾ, ਸਾਰੇ ਹੀ ਜਿਹੜਾ ਖੇਤਰਾਂ ਦਾ ਅਧਿਐਨ ਜਿਹੜਾ ਵਾ ਇਹਦੇ ਵਿੱਚ ਕੀਤਾ ਜਾਂਦਾ ਵਾ। ਠੀਕ ਆ, ਬਸ ਉਸ ਤੋਂ ਬਾਅਦ ਸਾਡਾ ਅੱਛਾ ਨੈਕਸਟ ਕੁਐਸਚਨ, ਕਲੀਨਿਕਲ ਸਾਈਕੋਲੋਜੀ ਡੀਲਸ ਵਿਦ ਦਾ ਪ੍ਰੈਕਟੀਕਲ ਆਸਪੈਕਟ ਆਫ ਡੈਸ਼। ਮਤਲਬ ਕਿ ਜਿਹੜੀ ਕਲੀਨਿਕਲ ਸਾਈਕੋਲੋਜੀ ਆ ਉਹ ਕਿੰਨਾ ਲੋਕਾਂ ਦੇ ਨਾਲ, ਕਲੀਨਿਕਲ ਸਾਈਕੋਲੋਜੀ ਵਿੱਚ ਸਾਡੀ ਕਿਹੜੀ ਸਾਈਕੋਲੋਜੀ ਆ ਜਾਂਦੀ ਆ, ਐਬਨੋਰਮਲ ਸਾਈਕੋਲੋਜੀ। ਸਾਰਾ ਕੁਝ ਮੈਂ ਤੁਹਾਨੂੰ ਪੜ੍ਹਾਤਾ। ਉਸ ਤੋਂ ਬਾਅਦ ਇਹਦੇ ਨਾਲ ਕੀ ਹੁੰਦਾ ਵਾ, ਤੁਹਾਡਾ ਜਿਹੜਾ ਬੇਸ ਆ ਸਾਈਕੋਲੋਜੀ ਦਾ ਉਹ ਬਿਲਕੁਲ ਬਣ ਚੁੱਕਾ। ਸਾਈਕੋਲੋਜੀ ਸ਼ਬਦ ਕਿੱਥੋਂ ਲਿਆ ਗਿਆ, ਉਹਦਾ ਮੀਨਿੰਗ, ਉਹਦੇ ਅਲੱਗ-ਅਲੱਗ ਨਾਮ ਕਿਵੇਂ ਬਦਲੇ, ਸਾਈਕੋਲੋਜੀ ਕਿੰਨੇ ਤਰ੍ਹਾਂ ਦੀ ਆ, ਬ੍ਰਾਂਚਸ ਉਹਦੀਆਂ ਬ੍ਰਾਂਚਸ, ਥਿਓਰੈਟੀਕਲ ਸਾਈਕੋਲੋਜੀ, ਠੀਕ ਆ, ਆਪਣੇ ਹੈਗੀ ਅਪਲਾਈਡ ਸਾਈਕੋਲੋਜੀ, ਤੇ ਪੂਰਾ ਬੇਸ ਮੈਂ ਤੁਹਾਡਾ ਬਣਾ ਚੁੱਕੀ ਆ। ਇਹਦੇ ਨਾਲ ਹੀ ਸਾਡਾ ਇਹ ਟੌਪਿਕ ਕੰਪਲੀਟ ਹੁੰਦਾ ਵਾ। ਤੇ ਸਾਡਾ ਨੈਕਸਟ ਟੌਪਿਕ ਹੈਗਾ ਵਾ ਗਰੋਥ ਐਂਡ ਡਿਵੈਲਪਮੈਂਟ। ਇਹਨੂੰ ਅਸੀਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ। ਤੇ ਪਲੀਜ਼ ਸਾਰੇ ਕਮੈਂਟ ਕਰਕੇ ਜ਼ਰੂਰ ਐਪਰੀਸ਼ੀਏਟ ਕਰਿਆ ਕਰੋ। ਨੋਟਸ ਤੁਹਾਨੂੰ ਮੇਰੇ ਕਿਵੇਂ ਲੱਗਦੇ ਆ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਵਾ। ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।